ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮੇਕ ਕੰਪਾਸ ਦੇ ਵਿੱਚ। ਅੱਜ ਅਸੀਂ ਨੈਕਸਟ ਪੋਇਮ ਲੈ ਕੇ ਆਏ ਹਾਂ 3rd ਸਮੈਸਟਰ ਦੀ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ, ਦ ਰੋਡ ਨਾਟ ਟੇਕਨ ਬਾਏ ਰੋਬਰਟ ਫਰੋਸਟ। ਠੀਕ ਹੈ ਜੀ, ਇਹਦੇ ਵਿੱਚ ਆਪਾਂ ਦੇਖਾਂਗੇ ਅਬਾਊਟ ਦ ਪੋਇਮ। ਰੋਬਰਟ ਫਰੋਸਟ ਵਾਜ਼ ਦ ਬੈਸਟ ਲਵਡ ਆਫ ਦ ਅਮੈਰੀਕਨ ਪੋਇਟ। ਇਹਦੇ ਵਿੱਚ ਸਿਰਫ ਆਪਾਂ ਪਹਿਲੀ ਲਾਈਨ ਲਰਨ ਕਰਨੀ ਹੈ। ਉਹ ਕੀ ਸੀਗਾ? ਅਮੈਰੀਕਨ ਪੋਇਟ ਸੀਗਾ। ਠੀਕ ਹੈ, ਤੇ ਉਹ ਤੋਂ ਬਾਅਦ ਅਸੀਂ ਦੇਖਾਂਗੇ ਵੀ ਹੀ ਰੋਟ ਸਮ ਆਫ ਦ ਮੋਸਟ ਵਾਈਡਲੀ ਰੀਡ ਐਂਡ ਪੋਪੂਲਰ ਪੋਇਮ ਆਫ ਦ 20th ਸੈਂਚੁਰੀ। 20th ਸੈਂਚੁਰੀ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਪੋਪੂਲਰ ਸੀਗੀਆਂ ਜਿਹੜੀਆਂ ਉਹ ਪੋਇਮਸ ਜਿਹੜੀਆਂ ਲਿਖੀਆਂ ਸੀਗੀਆਂ। ਠੀਕ ਹੈ ਜੀ, ਅੱਗੇ ਰੋਬਰਟ ਫਰੋਸਟ ਅਬਾਊਟ ਦਾ ਪੋਇਮ ਦੇਖਦੇ ਹਾਂ ਵੀ ਪੋਇਮ ਦੀ ਸੈਂਸ ਸਮਝ ਲਈ ਤਾਂ ਆਪਾਂ ਨੂੰ ਸਾਰੀ ਪੋਇਮ ਹੈ ਜਿਹੜੀ ਸਮਝ ਲੱਗ ਜਾਊਗੀ। ਠੀਕ ਹੈ ਜੀ, ਅਬਾਊਟ ਦ ਪੋਇਮ ਦੇ ਵਿੱਚ this poem is based on a very common experience. A traveler was going through a forest. He reached a point where the road diverged in two directions. Both the roads looked equally attractive to the traveler, but he decided to take the one that did not show much sign of having been used. It is true that if he had chosen the beaten path, he could be sure of reaching somewhere. He would not have faced many difficulties or problems in life. ਠੀਕ ਹੈ, ਇਹਦੇ ਵਿੱਚ ਇਹ ਕਿਹਾ ਵੀ ਦੋ ਰਸਤੇ ਹੁੰਦੇ ਨੇ। ਠੀਕ ਹੈ, ਇਸ ਪੋਇਮ ਦੇ ਵਿੱਚ ਪੋਇਟ ਹੈ ਜਿਹੜਾ ਉਹ ਦੋ ਰਸਤਿਆਂ ਦੇ ਵਿਚਕਾਰ ਖੜਾ ਹੈ, ਮਤਲਬ ਪਿੱਛੇ ਖੜਾ ਹੈ, ਤੇ ਉਹ ਉਹਨੂੰ ਸਾਹਮਣੇ ਦੋ ਰਸਤੇ ਦਿਖਾਈ ਦੇ ਰਹੇ ਨੇ। ਠੀਕ ਹੈ, ਤੇ ਉਹ ਸਮਝ ਨਹੀਂ, ਉਹਦੇ ਦਿਮਾਗ 'ਚ ਇਹ ਨਹੀਂ ਸਮਝ ਆ ਰਹੀ ਵੀ ਉਹ ਕਿਹੜਾ ਰਸਤਾ ਚੂਜ਼ ਕਰੇ। ਠੀਕ ਹੈ, ਫੋਰੈਸਟ ਮਤਲਬ ਪੋਇਟ ਹੈ ਜਿਹੜਾ, ਫੋਰੈਸਟ ਸੁਜੈਸਟ ਦੈਟ ਦ ਚੁਆਇਸ ਵਿਚ ਵਨ ਮੇਕ ਇਨ ਵਨਸ ਲਾਈਫ ਆਰ ਮੇਡ ਫॉर ਗੁੱਡਸ। ਠੀਕ ਹੈ, ਵੀ ਜਿਹੜੀ ਆਪਾਂ ਚੁਆਇਸ ਹੈ ਉਹ ਲਾਈਫ ਦੇ ਵਿੱਚ ਆਪਾਂ ਇੱਕ ਵਾਰੀ ਹੀ ਕਰ ਸਕਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਆਪਾਂ 10th ਵਿੱਚ ਸੀਗੇ, ਉਹ ਤੋਂ ਬਾਅਦ ਆਪਾਂ 11th 'ਚ ਹੋਣਾ ਸੀਗਾ। ਆਪਣੇ ਅੱਗੇ ਕਿੰਨੇ ਰਸਤੇ ਆਏ ਸੀ? 3-4 ਰਸਤੇ ਆਏ ਸੀਗੇ। ਆਰਟਸ ਰੱਖੀਏ, ਕਮਰਸ ਰੱਖੀਏ ਜਾਂ ਮੈਡੀਕਲ ਰੱਖੀਏ। ਠੀਕ ਹੈ, ਉਹਦੇ ਵਿੱਚ ਆਪਾਂ ਨੂੰ ਸਾਰੇ ਤਾਂ ਨਹੀਂ ਚੂਜ਼ ਕਰਨੇ ਪਏ, ਆਪਾਂ ਨੂੰ ਇੱਕ ਉਹਦੇ ਵਿੱਚੋਂ ਚੂਜ਼ ਕਰਨਾ ਪਿਆ। ਜੇ ਆਪਾਂ ਕਮਰਸ ਰੱਖਾਂਗੇ ਤਾਂ ਆਪਾਂ ਨੇ ਬਾਕੀ ਜਿਹੜੇ ਮੈਡੀਕਲ ਔਰ ਆਰਟਸ ਨੇ ਉਹ ਆਪਾਂ ਨਹੀਂ ਉਹ ਕਰ ਸਕਦੇ, ਉਹਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ, ਇੱਕ 'ਚ ਹੀ ਲੈ ਸਕਦੇ ਹਾਂ। ਅੱਗੇ ਆ ਗਿਆ, ਅੱਗੇ ਪੜ੍ਹਦੇ ਹਾਂ। One cannot turn back and make second choice regarding one's goals in life. ਕਹਿੰਦੇ ਵੀ ਆਪਾਂ ਦੁਬਾਰਾ ਪਿੱਛੇ ਮੁੜ ਕੇ ਆਪਾਂ ਚੂਜ਼ ਨਹੀਂ ਕਰ ਸਕਦੇ। ਸੈਕਿੰਡ ਚਾਂਸ ਸੀਗਾ ਜਿਹੜਾ, ਸੈਕਿੰਡ ਚੁਆਇਸ ਸੀਗੀ ਜਿਹੜੀ ਆਪਣੀ, ਉਹ ਨਹੀਂ ਆਪਾਂ ਚੂਜ਼ ਕਰ ਸਕਦੇ। Therefore it is all the more essential that one should exercise great caution in making one's choice. He also suggests that by choosing an ordinary course in life, one cannot hope to become extraordinary. ਠੀਕ ਹੈ ਜੀ, ਆਪਾਂ ਦੁਬਾਰਾ ਉਹ ਰਸਤਾ ਨਹੀਂ ਲੈ ਸਕਦੇ ਜੋ ਰਸਤਾ ਜੋ ਜ਼ਿਆਦਾ ਲੋਕਾਂ ਨੇ ਨਹੀਂ ਲਿਆ ਰਸਤਾ, ਉਹਨੂੰ ਕੀ ਕਿਹਾ? ਦ ਰੋਡ ਨੋਟ ਟੇਕਨ। ਠੀਕ ਹੈ, ਪੋਇਟ ਨੇ ਕਿਹੜਾ ਰਸਤਾ ਚੂਜ਼ ਕਰਿਆ? ਜਿਹੜਾ ਜ਼ਿਆਦਾ ਲੋਕਾਂ ਨੇ ਨਹੀਂ ਯੂਜ਼ ਕਰਿਆ। ਅੱਗੇ ਆਪਾਂ ਪੋਇਮ ਦੇ ਸਟੈਂਜਰਸ ਦੀ ਗੱਲ ਕਰਾਂਗੇ ਤੇ ਉਹਨਾਂ ਦੀ ਐਕਸਪਲੇਨੇਸ਼ਨ। ਠੀਕ ਹੈ, ਫਸਟ ਸਟੈਂਜਰ ਜਿਵੇਂ ਟੂ ਰੋਡਸ ਡਿਵਰਸ ਇਨ ਯੈਲੋ ਵੁੱਡ ਐਂਡ ਸੋਰੀ ਆਈ ਕੁਡ ਨੋਟ ਟਰੈਵਲ ਬੋਥ ਐਂਡ ਬੀ ਵਨ ਟਰੈਵਲਰ ਲੌਂਗ ਆਈ ਸਟੂਡ ਐਂਡ ਲੁਕਡ ਡਾਊਨ ਵਨ ਐਜ਼ ਫਾਰ ਐਜ਼ ਆਈ ਕੁਡ ਟੂ ਵੇਅਰ ਇਟ ਬੈਂਟ ਇਨ ਦ ਅੰਡਰਗ੍ਰੋਥ। ਸਭ ਤੋਂ ਪਹਿਲਾਂ ਅਸੀਂ ਰੈਫਰੈਂਸ ਟੂ ਕੰਟੈਕਸਟ ਲਿਖਾਂਗੇ। ਉਹਦੇ ਵਿੱਚ This poem has been taken from the poem The Road Not Taken written by Robert Frost. ਇਹ ਜ਼ਰੂਰੀ ਲਾਈਨ ਹੈ, ਆਪਾਂ ਲਿਖਣੀ ਹੈ। ਠੀਕ ਹੈ ਜੀ, ਉਹ ਤੋਂ ਬਾਅਦ ਆਪਾਂ ਰੋਬਰਟ ਫਰੋਸਟ ਬਾਰੇ ਵੀ ਇੱਕ ਲਾਈਨ ਲਿਖ ਸਕਦੇ ਹਾਂ, was the best loved of the American poet, ਵੀ ਉਹ ਅਮਰੀਕਨ ਪੋਇਟ ਸੀਗਾ। ਠੀਕ ਹੈ ਜੀ, this poem despites the feelings of a traveler who has to choose between the two paths open before him. ठीक है, ये लाइन चाहिए। और तो बाद आप देखेंगे the explanation. In this poem the poet brings out the importance of choice making in one's life.
ठीक है, कहते भी ਅਸੀਂ ਚੁਆਇਸ ਜਿਹੜੀ ਉਹ ਇੱਕ ਹੀ ਲੈ ਸਕਦੇ ਹਾਂ। ਦੇਖੋ ਸਭ ਤੋਂ ਪਹਿਲਾਂ ਆਪਾਂ ਪੋਇਮ ਦੀ ਕੀ ਸਮਝਣੀ ਹੈ, ਸੈਂਸ। ਜੇ ਆਪਾਂ ਸੈਂਸ ਸਮਝ ਲਈ ਆਪਾਂ ਨੂੰ ਸਾਰੀ ਪੋਇਮ ਸਮਝ ਲੱਗ ਗਈ। ਪੋਇਮ ਦਾ ਸੈਂਸ ਕੀ ਆ ਵੀ ਇਹਦੇ ਵਿੱਚ ਪੋਇਟ ਹੈ ਜਿਹੜਾ ਉਹ ਇੱਕ ਇਹੋ ਜਿਹੀ ਸਿਚੁਏਸ਼ਨ 'ਚ ਖੜਾ ਜਿੱਥੇ ਉਹਨੂੰ ਦੋ ਰਸਤੇ ਦਿਖਾਈ ਦੇ ਰਹੇ ਨੇ। ਠੀਕ ਹੈ, ਇੱਕ ਰਸਤਾ ਉਹ ਹੈ ਜਿਹੜਾ ਜ਼ਿਆਦਾ ਚੂਜ਼ ਨਹੀਂ ਕੀਤਾ ਹੋਇਆ, ਦੂਸਰਾ ਰਸਤਾ ਜਿੱਥੇ ਸਾਰੇ ਜਾ ਰਹੇ ਨੇ। ਠੀਕ ਹੈ, ਪਰ ਉਹ ਰਸਤਾ ਚੂਜ਼ ਕਰਦਾ ਹੈ ਜਿੱਥੇ ਜ਼ਿਆਦਾ ਲੋਕ ਨਹੀਂ ਗਏ। ਫਿਰ ਉਹ ਇਹ ਵੀ ਕਹਿੰਦਾ ਵੀ ਆਪਾਂ ਉਸ ਰਸਤੇ ਵੱਲ ਮੰਨ ਲਓ ਚਲੇ ਗਏ, ਉਹ ਤੋਂ ਬਾਅਦ ਆਪਾਂ ਬੈਕ ਨਹੀਂ ਆ ਸਕਦੇ। ਮੰਨ ਲਓ ਤੁਸੀਂ 11th 'ਚ ਹੋ ਗਏ, ਤੁਸੀਂ ਆਰਟਸ ਚੂਜ਼ ਕਰ ਲਈ, 11th ਕੰਪਲੀਟ ਹੋ ਗਈ ਤੁਹਾਡੀ, 12th ਵੀ ਕੰਪਲੀਟ ਹੋ ਗਈ। 12 ਕੰਪਲੀਟ ਹੋਣ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਵੀ ਮੈਂ ਮੈਡੀਕਲ ਲੈਣੀ ਸੀਗੀ, ਤੁਸੀਂ ਐਦਾਂ ਨਹੀਂ ਕਰ ਸਕਦੇ, ਉਹ ਬੈਕ ਨਹੀਂ ਹੋ ਸਕਦੇ ਉਸ ਸਿਚੁਏਸ਼ਨ 'ਚ। ਠੀਕ ਹੈ ਜੀ, ਅੱਗੇ ਆਪਾਂ ਪੜ੍ਹਦੇ ਹਾਂ ਇਹਦੇ ਵਿੱਚ। ਇਹੀ ਚੀਜ਼ ਇਹਨਾਂ ਨੇ ਸਾਰੇ ਸਟੈਂਜਸ ਦੀ ਐਕਸਪਲੇਨੇਸ਼ਨ 'ਚ ਦੱਸੀ ਆ। ਵੰਸ ਦਾ ਪੋਇਟ ਵਾਜ਼ ਟਰੈਵਲ ਥਰੂ ਅ ਫੋਰੈਸਟ ਹੀ ਰੀਚਡ ਅ ਪੁਆਇੰਟ from where the road diverged in two directions. Being only one traveler, he could not travel by both these roads at the same time. He had to choose one of the two. दोनों चो की लऊगा, एक लऊगा। The poet stood there and thought for a long time. He looked down one of the road as far as he could. He could see the point. He could see to a point where the road bent behind the bushes. ਉੱਥੋਂ ਦੇਖ ਰਿਹਾ ਜਿੱਥੋਂ ਇਹ ਦੂਰ ਤੋਂ ਦੇਖ ਰਿਹਾ ਰੋਡ ਨੂੰ। ਠੀਕ ਹੈ, ਜਿੱਥੇ ਬੁਸ਼ਿਸ ਵੀ ਬੈਂਡ ਹੋ ਰਹੀਆਂ ਨੇ। ਠੀਕ ਹੈ ਜੀ, ਨੈਕਸਟ ਸਟੈਂਜਾ ਆਏਗਾ। then took the other eye as just as fierce and having perhaps the better claim because it was grassy and vented where though as for that the passing there had warned them really about the same. ठीक है जी, एक्सप्लेनेशन रेफरेंस टू कंटेक्स्ट ਤੁਸੀਂ ਇੱਕੋ ਹੀ ਰੱਖਣਾ, ਸੇਮ ਸਾਰਿਆਂ 'ਚ। The poet decided to take the other road, दूसरा रोड चूज करना चाहता है। It was beautiful as the first one, ਪਹਿਲਾਂ ਨਾਲੋਂ ਜ਼ਿਆਦਾ beautiful ਸੀਗਾ। Grass grew on this road. It showed that the road had not been used much, ज़्यादा यूज नहीं किया गया। The poet through that this road had a better calm to be traveled by. Up to the point where the poet stood, both the road shows equal sign of use and wear. ठीक है, कहते ज़्यादा चूज नहीं किया गया। वो किदां दा लग रहा, वो इक्वल लग रहे हैं पर वो वियर लग रहे हैं। ठीक है, नेक्स्ट स्टेंजेस। And both that morning equally lay in leaves. No step had trodden blacks. Oh, I kept the first off for another day, yet knowing who way lead on to way, I doubted if I should ever come back. ਉਹ ਸੋਚਦਾ ਵੀ ਜੇ ਮੈਂ ਉਹ ਰਸਤਾ ਚੂਜ਼ ਕਰਨ ਤੋਂ ਬਾਅਦ ਕਹਿੰਦਾ ਵੀ ਮੈਂ ਸ਼ਾਇਦ ਬੈਕ ਆ ਜਾਵਾਂ। One morning, the poet reached a place from where the road diverged in two different directions. Both the paths were covered with leaves. Leaves ਨਾਲ ਕੀ ਸੀ, cover ਸੀਗੇ। It appears that nobody had gone by those roads earlier. ਕੋਈ ਨਹੀਂ ਸੀ ਗਿਆ ਹੋਇਆ ਉਸ road से ਪਹਿਲਾਂ। The poet had to choose either of these two roads. ठीक है, ਉਹ choose ਕਰਿਆ ਉਹਨੇ। He decided to go by the second road, keeping the first one for some other days. However, the poet knew that there was little possibilities of his coming back. Every road lead further to another roads, and there is no possibilities of retracing one's step. ਦੇਖੋ ਇਹਦੇ ਵਿੱਚ ਇਹ ਕੀ ਹੈ ਵੀ ਜਦੋਂ ਉਹ ਇੱਕ ਰਸਤਾ ਉਹਨੇ ਚੂਜ਼ ਕਰ ਲਿਆ, ਠੀਕ ਹੈ, ਦੋਨਾਂ ਦੇ ਵਿੱਚੋਂ ਇੱਕ ਚੂਜ਼ ਕਰ ਲਿਆ, ਫਿਰ ਉਹ ਕਹਿੰਦਾ ਵੀ ਮੈਂ ਜਿਹੜਾ ਦੂਸਰਾ ਰਸਤਾ ਉਹ ਅਗਲੀ ਵਾਰੀ ਚੂਜ਼ ਕਰ ਲੂੰਗਾ। ਪਰ ਐਂਡ ਦੇ ਵਿੱਚ ਜਦੋਂ ਰਸਤਾ ਇੱਕ ਚੂਜ਼ ਕਰ ਲੈਂਦਾ ਤਾਂ ਉਹ ਅੱਗੇ ਦੇ ਇੱਕ ਰਸਤੇ ਦੇ ਅੱਗੇ ਰਸਤੇ ਨਿਕਲੀ ਜਾਂਦੇ ਨੇ, ਤਾਂ ਉਹਦਾ ਕਮਿੰਗ ਬੈਕ ਪੋਸੀਬਿਲਿਟੀ ਅੱਜ ਲਿਖਿਆ ਹੈ ਨਾ, ਦੇਅਰ ਵਾਜ਼ ਲਿਟਲ ਪੋਸੀਬਿਲਿਟੀ ਆਫ ਹਿਜ਼ ਕਮਿੰਗ ਬੈਕ, ਬਹੁਤ ਘੱਟ ਪੋਸੀਬਿਲਿਟੀ ਹੁੰਦੀ ਹੈ ਵੀ ਉਹ ਵਾਪਸ ਆਊਗਾ। ਠੀਕ ਹੈ, every road leads further to another road, and there is no possibility of
ਰੀਟਰੇਸਿੰਗ ਵਨਸ ਸਟੈਪ, ਦੂਸਰੇ ਸਟੈਪ ਨੂੰ ਕੀ ਲੈਣਾ, ਦੁਬਾਰੇ ਰੀਸਟ੍ਰੇਸਿੰਗ ਕਰਨ ਨਾਲ। ਰੀਸਟ੍ਰੇਸਿੰਗ ਵਨਸ ਸਟੈਪ ਮਤਲਬ ਉਹਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ, ਪੋਸੀਬਿਲਿਟੀ ਆਫ। ਰਿਸਟ੍ਰੈਕਟਿੰਗ ਵਨਸ ਸਟੈਪ ਮਤਲਬ ਵੀ ਵਾਪਸ ਆਉਣ ਦੀ ਸੰਭਾਵਨਾ ਜਿਹੜੀ ਉਹ ਘੱਟ ਜਾਂਦੀ ਹੈ। ਅਗਲਾ ਸਟੈਂਜਾ, ਆਈ ਸ਼ੈਲ ਬੀ ਟੈਲਿੰਗ ਦਿਸ ਵਿਦ ਅ ਸਾਈਨ somewhere ages and ages hence two roads diverged in a wood and I took the one less traveled by and that has made all the difference. One day the poet reached a place from where the road diverged in two different directions. Both the paths were covered with leaves. The poet divided to take the less frequency. ਇਹਦੇ ਵਿੱਚ ਵੀ ਉਹੀ ਕਿਹਾ ਵੀ ਉਹਨੇ ਦੋ ਪਾਥ ਸੀਗੇ, ਠੀਕ ਹੈ, ਉਹਨੇ ਉਹ ਪਾਥ ਯੂਜ਼ ਕਰ ਲਿਆ ਜਿਹਦੇ ਵਿੱਚ ਘੱਟ ਫ੍ਰੀਕੁਐਂਸੀ ਸੀਗੀ। ਦ ਚੁਆਇਸ ਡਿਟਰਮਿਨਡ once for all the future course of his life. The poet says that ages hence he will be somewhere, then he will look back and recall the story of his choice. This choice had made all the difference. The poet means ਵੀ ਜਿਹੜੀ ਇਹ ਚੁਆਇਸ ਸੀਗੀ ਬਹੁਤ ਹੀ ਡਿਫਰੈਂਟ ਸੀਗੀ, ਠੀਕ ਹੈ। The poet means to say that, ਲਾਸਟ ਲਾਈਨ ਦੇਖੋ, the poet means to say that a man has to choose between the road of materialism and spiritual. Materialism and spiritual ਮਤਲਬ ਕੀ ਹੁੰਦਾ ਵੀ materialism ਹੁੰਦੀ ਸੋਨਾ, ਠੀਕ ਹੈ, and ਸੋਨਾ ਚਾਂਦੀ ਮਟੀਰੀਅਲ ਹੋ ਗਿਆ, ਠੀਕ ਹੈ। स्पिरिचुअलिज्म इन लाइफ मतलब नेचुरल लाइफ चाहता है। द चॉइस वंस मेड इज मेड फॉर गुड, वन कैन नॉट टर्न बैक एंड मेक अ सेकेंड चॉइस। इस स्टैंजे की एक्सप्लेनेशन च भी यही कहा भी दो रस्ते ने जो डिवर्ज हो रहे हैं डिफरेंट डायरैक्शन ते, ठीक है जी। तो पोइट है जोड़ा डिसाइड नहीं कर रहा भी किहड़ा रस्ता वो चूज़ करे, ਉਹੀ ਜੋ ਆਪਾਂ ਪਹਿਲਾਂ ਡਿਸਕਸ ਕਰਿਆ ਉਹੀ ਲਾਈਨਾਂ ਬਾਰ-ਬਾਰ ਨੇ ਜਿਹੜੀਆਂ ਉਹ ਰਿਪੀਟ ਹੋ ਰਹੀਆਂ ਨੇ, ਠੀਕ ਹੈ ਜੀ। ਅਤੇ ਇਹ ਸੀ ਆਪਣੀ ਅੱਜ ਦੀ ਪੋਇਮ। ਅਗਲੀ ਵੀਡੀਓ 'ਚ ਅਗਲੀ ਪੋਇਮ ਲੈ ਕੇ ਆਵਾਂਗੇ। ਥੈਂਕ ਯੂ।